ਸਟੂਡੈਂਟਸ ਅੱਜ ਦੇ ਨੋਵਲ ਦੀ ਡਿਸਕਸ਼ਨ ਅਸੀਂ ਕਰਨ ਜਾ ਰਹੇ ਹਾਂ ਜੋ ਕਿ 19th ਸੈਂਚੁਰੀ ਤੱਕ ਲਿਖੇ ਹੋਏ ਨੋਵਲਸ ਦੀ ਕੜੀ ਦੇ ਵਿੱਚ ਇੱਕ ਹੈ। ਇਸ ਦਾ ਟਾਈਟਲ ਹੈ ਹਾਰਡ ਟਾਈਮਸ ਰਿਟਨ ਬਾਈ ਚਾਰਲਸ ਡਿਕਨਸ। ਇਸ ਨੂੰ ਲੇਟ 18th ਸੈਂਚੁਰੀ ਅਤੇ ਬਿਗਨਿੰਗ ਆਫ 19th ਸੈਂਚੁਰੀ ਦੇ ਦੌਰਾਨ ਲਿਖਿਆ ਗਿਆ। ਇਸ ਦਾ ਫੁੱਲ ਟਾਈਟਲ ਹੈ ਹਾਰਡ ਟਾਈਮਸ ਫॉर these ਟਾਈਮਸ। ਇਸ ਦੇ ਕੈਰੈਕਟਰਸ ਤੇ ਇੱਕ ਝਾਤ ਪਾ ਲੈਂਦੇ ਹਾਂ। ਮੇਨ ਕੈਰੈਕਟਰ ਮੇਨ ਪ੍ਰੋਟੈਗੋਨਿਸਟ ਥਾਮਸ ਗ੍ਰੈਡਗ੍ਰਾਈਂਡ। ਉਸਦੇ ਬਾਰੇ ਇਹ ਹੈ ਕਿ ਉਹ ਇੱਕ ਸਕੂਲ ਰਨ ਕਰਦਾ ਹੈ। ਉਹ ਪੂਰੀ ਤਰ੍ਹਾਂ ਨਾਲ ਆਪਣੀਆਂ ਟੀਚਿੰਗਸ ਇਸ ਤਰ੍ਹਾਂ ਦੀਆਂ ਹੈ ਉਸ ਦੀਆਂ ਕਿ ਉਹ ਫੈਕਟਸ ਦੇ ਵਿੱਚ ਬਿਲੀਵ ਕਰਦਾ ਹੈ। ਉਹ ਲੇਟਰ ਔਨ ਮੈਂਬਰ ਆਫ ਪਾਰਲੀਮੈਂਟ ਵੀ ਚੂਜ਼ ਹੁੰਦਾ ਹੈ। ਉਸਦੇ ਦੋ ਬੱਚੇ ਹਨ ਲੁਈਜ਼ਾ ਅਤੇ ਟੌਮ, ਜਿਨ੍ਹਾਂ ਨੂੰ ਉਸਨੇ ਫੈਕਟਸ ਦੇ ਰਿਲੇਟਡ ਹੀ ਟੀਚ ਕੀਤਾ ਹੈ। ਉਹਨਾਂ ਦੀ ਜ਼ਿੰਦਗੀ ਦੀ ਫਿਲਾਸਫੀ ਵੀ ਇਹੀ ਹੈ ਕਿ ਇਮੋਸ਼ਨਸ ਦੀ ਕੋਈ ਜਗ੍ਹਾ ਨਹੀਂ। ਲੁਈਜ਼ਾ, ਟੌਮ ਤੇ ਥਾਮਸ ਗ੍ਰੈਡਗ੍ਰਾਈਂਡ ਤਿੰਨੋਂ ਇਹ ਸੋਚਦੇ ਹਨ ਕਿ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਇਮੋਸ਼ਨਸ ਦਾ ਕੋਈ ਰੋਲ ਨਹੀਂ ਹੈ ਤੇ ਸਿਰਫ ਫੈਕਟਸ ਹੀ ਇੰਪੋਰਟੈਂਟ ਹਨ। Another character that comes into play is Mr. Bounderby। ਉਹ ਲੁਈਜ਼ਾ ਜੋ ਕਿ ਹੁਣੇ ਅਸੀਂ ਗੱਲ ਕੀਤੀ ਹੈ ਮਿਸਟਰ ਗ੍ਰੈਡਗ੍ਰਾਈਂਡ ਦੀ ਬੇਟੀ ਹੈ। ਹਾਲਾਂਕਿ ਉਹਨਾਂ ਦੀ ਏਜ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਮਿਸਟਰ ਬਾਉਂਡਰਬੀ ਕੰਪੈਰੇਟਿਵਲੀ ਜ਼ਿਆਦਾ ਏਜ ਦੇ ਹਨ ਅਤੇ ਲੁਈਜ਼ਾ ਕਾਫੀ ਯੰਗ ਗਰਲ ਹੈ। ਪਰ ਲੇਟਰ ਔਨ ਮਿਸਟਰ ਬਾਉਂਡਰਬੀ ਦੀ ਸ਼ਾਦੀ ਲੁਈਜ਼ਾ ਨਾਲ ਹੋ ਜਾਂਦੀ ਹੈ। ਉਹ ਇੱਕ ਬਹੁਤ ਰਿਚ ਪਰਸਨ ਹੈ ਅਤੇ ਇੱਕ ਫੈਕਟਰੀ ਦਾ ਓਨਰ ਹੈ। ਮਿਸਿਸ ਪਾਰਸਿਟ ਉਹ ਵੀ ਬਾਉਂਡਰਬੀ ਦੇ ਨਾਲ ਰਹਿੰਦੀ ਹੈ। ਇੱਕ ਓਲਡ ਲੇਡੀ ਹੈ ਔਰ ਬਾਉਂਡਰਬੀ ਇਸ ਨੂੰ ਬਹੁਤ ਇੰਪੋਰਟੈਂਸ ਦਿੰਦਾ ਹੈ। ਸ਼ੀ ਇਜ਼ ਅ ਵਿਡੋ। ਉਹ ਲੁਈਜ਼ਾ ਨੂੰ ਹੇਟ ਕਰਦੀ ਹੈ। ਨੈਕਸਟ ਕਮ ਸਟੀਫਨ ਬਲੈਕਪੂਲ। ਸਟੀਫਨ ਬਲੈਕਪੂਲ ਇੱਕ ਇੰਪੋਰਟੈਂਟ ਪ੍ਰੋਟੈਗੋਨਿਸਟ ਹੈ। ਉਹ ਇੱਕ ਲੇਬਰਰ ਹੈ ਬਾਉਂਡਰਬੀਜ਼ ਦੀ ਫੈਕਟਰੀ ਦੇ ਵਿੱਚ। ਉਹ ਇੱਕ ਬਹੁਤ ਸ਼ਰੀਫ ਇਨਸਾਨ ਹੈ, ਲੇਕਿਨ ਉਹ ਬਾਅਦ ਦੇ ਵਿੱਚ ਟਰੈਪ ਕਰ ਦਿੱਤਾ ਜਾਂਦਾ ਇੱਕ ਬੈਂਕ ਰੋਬਰੀ ਦੇ ਕੇਸ ਦੇ ਵਿੱਚ ਟੌਮ ਦੁਆਰਾ। ਉਹ ਮੈਰਿਡ ਹੈ ਲੇਕਿਨ ਫਿਰ ਵੀ ਉਹਨੂੰ ਇੱਕ ਲੜਕੀ ਰੇਚਲ ਪਸੰਦ ਹੈ। ਜੇਮਸ ਹਾਰਟਹਾਊਸ ਉਹ ਲੰਡਨ ਤੋਂ ਇੱਕ ਪਰਸਨ ਹੈ ਜਿਹੜਾ ਕਿ ਆਇਆ ਹੈ। ਉਹ ਬਾਉਂਡਰਬੀ ਦੇ ਨਾਲ ਕੰਮ ਦੇ ਵਿੱਚ ਇਨਵੋਲਵ ਹੁੰਦਾ ਹੈ। Another protagonist is Sissy। ਸਿਸੀ ਉਹ ਇੱਕ ਐਸੀ ਲੜਕੀ ਹੈ ਜਿਸ ਦੇ ਮਦਰ ਨਹੀਂ ਹੈ ਔਰ ਜਿਸ ਦੇ ਫਾਦਰ ਉਸਨੂੰ ਛੱਡ ਕੇ ਚਲੇ ਗਏ ਹਨ ਜੋ ਕਿ ਸਰਕਸ ਓਨਰ ਸਨ। ਸੋ ਉਸਨੂੰ ਉਸਦੀ ਪੜ੍ਹਾਈ ਦਾ ਧਿਆਨ ਰੱਖਣ ਲਈ ਮਿਸਟਰ ਗ੍ਰੈਡਗ੍ਰਾਈਂਡ ਆਪਣੇ ਕੋਲ ਹੀ ਰੱਖ ਲੈਂਦਾ ਹੈ ਔਰ ਉਸਦੀ ਪਰਵਰਿਸ਼ ਕਰ ਰਿਹਾ ਹੈ। ਲੈਟਸ ਕਮ ਟੂ ਦ ਸਟੋਰੀ। ਮਿਸਟਰ ਥਾਮਸ ਗ੍ਰੈਡਗ੍ਰਾਈਂਡ ਇੱਕ ਟੀਚਰ ਹੈ ਜੋ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ। ਉਹ ਫੈਕਟਸ ਦੀ ਨੌਲੇਜ ਦਿੰਦਾ ਹੈ। ਉਹ ਉਸਦੀਆਂ ਪ੍ਰੀਚਿੰਗਸ ਉਸਦੀਆਂ ਟੀਚਿੰਗਸ ਇਸ ਚੀਜ਼ ਤੇ ਜ਼ੋਰ ਦਿੰਦੀਆਂ ਹਨ ਕਿ ਫੈਕਟਸ ਹੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣ ਲਈ ਇੰਪੋਰਟੈਂਟ ਹਨ ਅਤੇ ਇਮੋਸ਼ਨਸ ਜਾਂ ਇਮੇਜਿਨੇਸ਼ਨ ਦਾ ਕੋਈ ਵੀ ਰੋਲ ਨਹੀਂ ਹੈ। ਲੁਈਜ਼ਾ ਅਤੇ ਟੌਮ ਉਸਦੇ ਦੋ ਬੱਚੇ ਹਨ। ਉਹ ਦੋਨੋਂ ਵੀ ਇਸੇ ਹੀ ਫਿਲਾਸਫੀ ਦੇ ਵਿੱਚ ਬਿਲੀਵ ਕਰਦੇ ਹਨ ਕਿ ਫੈਕਟਸ ਓਨਲੀ ਆਰ ਇੰਪੋਰਟੈਂਟ ਇਨ ਲਾਈਫ। ਉਸਦੀ ਇੱਕ ਵਿਦਿਆਰਥਣ ਹੈ ਸਿਸੀ। ਉਹ ਇਸ ਪੂਰੀ ਫਿਲਾਸਫੀ ਦੇ ਇਸ ਲਾਈਫ ਫਿਲਾਸਫੀ ਦੇ ਅਗੇਂਸਟ ਹੈ। ਉਹ ਇਸ ਚੀਜ਼ 'ਚ ਬਿਲੀਵ ਕਰਦੀ ਹੈ ਕਿ ਇਮੋਸ਼ਨਸ ਤੇ ਇਮੇਜਿਨੇਸ਼ਨ ਬਹੁਤ ਇੰਪੋਰਟੈਂਟ ਹੈ ਲਾਈਫ ਦੇ ਵਿੱਚ ਅਤੇ ਫੈਕਟਸ ਦਾ ਕੋਈ ਵੀ ਰੋਲ ਨਹੀਂ ਹੈ। ਸਿਸੀ ਦੇ ਫਾਦਰ ਸਰਕਸ ਦੇ ਵਿੱਚ ਕੰਮ ਕਰਦੇ ਹਨ ਲੇਕਿਨ ਸਰਕਸ ਨੂੰ ਘਾਟਾ ਪੈ ਜਾਂਦਾ ਹੈ ਔਰ ਉਹ ਇੱਕ ਦਿਨ ਬਿਨਾਂ ਕਿਸੇ ਕਾਰਨ ਦੇ ਉਸਨੂੰ ਛੱਡ ਕੇ ਚਲੇ ਜਾਂਦੇ ਹਨ। ਸਿਸੀ ਇਸ ਕਰਕੇ ਉਸਦਾ ਜਿਹੜਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਮਿਸਟਰ ਥਾਮਸ ਗ੍ਰੈਡਗ੍ਰਾਈਂਡ ਲੈਂਦੇ ਹਨ ਅਤੇ ਉਸਨੂੰ ਆਪਣੇ ਘਰ ਵਿੱਚ ਰੱਖਦੇ ਹਨ ਅਤੇ ਉਸਦੀ ਪਰਵਰਿਸ਼ ਆਪਣੇ ਬੱਚਿਆਂ ਵਾਂਗ ਹੀ ਕਰਦੇ ਹਨ। ਅਸੀਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਲੁਈਜ਼ਾ ਐਂਡ ਟੌਮ ਇਮੋਸ਼ਨਲੈਸ ਹਨ ਜਿਵੇਂ ਕਿ ਉਹਨਾਂ ਦੇ ਫਾਦਰ ਹਨ। ਮਿਸਟਰ ਗ੍ਰੈਡਗ੍ਰਾਈਂਡ ਦੇ ਇੱਕ ਦੋਸਤ ਹਨ ਮਿਸਟਰ ਬਾਉਂਡਰਬੀ ਜੋ ਕਿ ਬਹੁਤ ਜ਼ਿਆਦਾ ਅਮੀਰ ਹਨ। ਮਿਸਟਰ ਗ੍ਰੈਡਗ੍ਰਾਈਂਡ ਲੁਈਜ਼ਾ ਤੇ ਜ਼ੋਰ ਪਾਉਂਦੇ ਹਨ ਕਿ ਮਿਸਟਰ ਬਾਉਂਡਰਬੀ
ਦੇ ਨਾਲ ਉਹ ਸ਼ਾਦੀ ਕਰ ਲਵੇ ਤਾਂ ਕਿ ਟੌਮ ਜੋ ਕਿ ਮਿਸਟਰ ਗ੍ਰੈਡਗ੍ਰਾਈਂਡ ਦਾ ਬੇਟਾ ਹੈ ਔਰ ਲੁਈਜ਼ਾ ਦਾ ਬ੍ਰਦਰ ਹੈ। ਟੌਮ ਇੱਕ ਬਹੁਤ ਹੀ ਵਿਗੜੈਲ ਔਲਾਦ ਹੈ। ਉਹ ਉਸਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਤਾਂ ਕਿ ਉਹਦੀ ਜ਼ਿੰਦਗੀ ਸੰਵਰ ਜਾਵੇ, ਉਹ ਲੁਈਜ਼ਾ ਦੇ ਉੱਤੇ ਜ਼ੋਰ ਪਾਉਂਦੇ ਹਨ ਕਿ ਮਿਸਟਰ ਬਾਉਂਡਰ ਬੀ ਜੋ ਕਿ ਇੱਕ ਰਿਚ ਫੈਕਟਰੀ ਓਨਰ ਹੈ ਨਾਲ ਸ਼ਾਦੀ ਕਰ ਲੈਣ ਤਾਂ ਕਿ ਟੌਮ ਦੀ ਜ਼ਿੰਦਗੀ ਕੁਝ ਬਿਹਤਰ ਹੋ ਸਕੇ, ਤਾਂ ਕਿ ਉਹਨਾਂ ਕੋਲ ਪੈਸਾ ਆ ਜਾਵੇ ਜਿਸ ਨਾਲ ਕਿ ਟੌਮ ਦੀ ਜ਼ਿੰਦਗੀ ਬਣ ਜਾਵੇ। ਲੁਈਜ਼ਾ ਤੇ ਬਾਉਂਡਰ ਬੀ ਦੀ ਜ਼ਿੰਦਗੀ ਦੇ ਵਿੱਚ ਦੀ ਏਜ ਦੇ ਵਿੱਚ ਬਹੁਤ ਫਰਕ ਹੈ। ਪਹਿਲ ਤਾਂ ਲੁਈਜ਼ਾ ਕਹਿੰਦੀ ਹੈ ਕਿ ਮੈਂ ਬਾਉਂਡਰ ਬੀ ਦੇ ਨਾਲ ਸ਼ਾਦੀ ਨਹੀਂ ਕਰੂੰਗੀ, ਪਰ ਲੇਟਰ ਔਨ ਜਦੋਂ ਕਿ ਮਿਸਟਰ ਗ੍ਰੈਡਗ੍ਰਾਈਂਡ ਉਸ ਤੇ ਜ਼ੋਰ ਪਾਉਂਦੇ ਹਨ ਤਾਂ ਉਹ ਮੰਨ ਜਾਂਦੀ ਹੈ। ਉਹ ਇਸ ਲਈ ਮੰਨਦੀ ਹੈ ਕਿ ਟੌਮ ਦੀ ਜ਼ਿੰਦਗੀ ਬਿਹਤਰ ਹੋ ਸਕੇ। ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਹੈ। ਉਹ ਬਾਉਂਡਰ ਬੀ ਦੇ ਨਾਲ ਸ਼ਾਦੀ ਆਊਟ ਆਫ ਇਮੋਸ਼ਨਸ ਜਾਂ ਲਵ ਨਹੀਂ ਕਰਦੀ, ਪਰ ਸਿਰਫ ਮਟੀਰੀਅਲ ਕਰਕੇ ਔਰ ਟੌਮ ਦੀ ਜ਼ਿੰਦਗੀ ਨੂੰ ਪੈਸੇ ਨਾਲ ਬਿਹਤਰ ਕਰਨ ਲਈ ਮੰਨ ਜਾਂਦੀ ਹੈ। ਸਿਸੀ ਮਿਸਟਰ ਗ੍ਰੈਡਗ੍ਰਾਈਂਡ ਦੀ ਵਿਦਿਆਰਥਣ, ਜਿਸ ਦੇ ਕਿ ਫਾਦਰ ਸਰਕਸ ਓਨਰ ਸਨ ਅਤੇ ਉਸਨੂੰ ਛੱਡ ਕੇ ਚਲੇ ਜਾਂਦੇ ਹਨ, ਉਹ ਬਹੁਤ ਜ਼ਿਆਦਾ ਇਸ ਨਿਊਜ਼ ਦੇ ਸਰਪ੍ਰਾਈਜ਼ ਤੇ ਸ਼ੌਕ ਹੋ ਜਾਂਦੀ ਹੈ ਅਤੇ ਉਹ ਲੁਈਜ਼ਾ ਨੂੰ ਬਾਰ-ਬਾਰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਇੰਨੇ ਵੱਡੇ ਉਮਰ ਦੇ ਫਰਕ ਵਾਲੇ ਇਨਸਾਨ ਮਿਸਟਰ ਬਾਉਂਡਰ ਬੀ ਦੇ ਨਾਲ ਉਹ ਸ਼ਾਦੀ ਨਾ ਕਰੇ। ਲੇਕਿਨ ਲੁਈਜ਼ਾ ਜ਼ਿੱਦ ਤੇ ਅੜੀ ਹੈ ਕਿ ਉਹ ਸ਼ਾਦੀ ਜ਼ਰੂਰ ਕਰੇਗੀ, ਮਿਸਟਰ ਬਾਉਂਡਰ ਬੀ ਦੇ ਨਾਲ ਹੀ ਕਰੇਗੀ ਤਾਂ ਕਿ ਟੌਮ ਦੀ ਜ਼ਿੰਦਗੀ ਬਿਹਤਰ ਹੋ ਸਕੇ। ਮਿਸਟਰ ਬਾਉਂਡਰ ਬੀ ਇੱਕ ਰਿਚ ਮੈਨ ਹਨ, ਓਨਰ ਹਨ ਫੈਕਟਰੀ ਦੇ। ਇਹ ਨੋਵਲ ਉਸ ਵਕਤ ਲਿਖਿਆ ਗਿਆ ਸੀ ਜਦੋਂ ਕਿ ਇੰਡਸਟਰੀਅਲ ਰੈਵੋਲਿਊਸ਼ਨ ਦਾ ਜ਼ਮਾਨਾ ਸੀ ਔਰ ਲੇਬਰ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕੀਤਾ ਜਾਂਦਾ ਸੀ। ਮਿਸਟਰ ਬਾਉਂਡਰ ਬੀ ਵੀ ਐਸੇ ਹੀ ਇਨਸਾਨ ਹਨ ਜੋ ਕਿ ਆਪਣੇ ਵਰਕਰਸ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਹਨ, ਐਕਸਪਲੋਇਟ ਕਰਦੇ ਹਨ। ਲੁਈਜ਼ਾ finally gets married to Bounderby and Louisa and Tom ਦੋਨੋਂ ਹੀ ਭੈਣ ਅਤੇ ਭਰਾ ਦੋਨੋਂ ਮਿਸਟਰ ਬਾਉਂਡਰਬੀ ਦੇ ਨਾਲ ਰਹਿਣ ਲੱਗ ਜਾਂਦੇ ਹਨ। ਉਧਰ ਸਟੀਫਨ ਇੱਕ ਜੋ ਕਿ ਵਰਕਰ ਹੈ, ਉਹ ਬਾਉਂਡਰਬੀ ਦੀ ਫੈਕਟਰੀ ਦੇ ਵਿੱਚ ਹੀ ਵਰਕ ਕਰਦਾ ਹੈ, ਲੇਬਰਰ ਹੈ। ਉਹ ਮੈਰਿਡ ਹੈ ਲੇਕਿਨ ਇੱਕ ਲੜਕੀ ਰੇਸ਼ਲ ਦੇ ਨਾਲ ਫਿਰ ਵੀ ਮੁਹੱਬਤ ਕਰਦਾ ਹੈ ਜੋ ਕਿ ਉਸੇ ਮਿਸਟਰ ਬਾਉਂਡਰਬੀ ਦੀ ਫੈਕਟਰੀ ਦੇ ਵਿੱਚ ਹੀ ਕੰਮ ਕਰਦੀ ਹੈ। ਸਟੀਫਨ ਡਾਈਵੋਰਸ ਲੈਣਾ ਚਾਹੁੰਦਾ ਹੈ ਆਪਣੀ ਪਤਨੀ ਤੋਂ ਤਾਂ ਕਿ ਉਹ ਰੇਸ਼ਲ ਦੇ ਨਾਲ ਸ਼ਾਦੀ ਕਰ ਸਕੇ। ਉਹ ਮਿਸਟਰ ਬਾਉਂਡਰਬੀ ਦੇ ਕੋਲ ਜਾਂਦਾ ਹੈ ਤੇ ਉਸਨੂੰ ਸਾਰੀ ਕਹਾਣੀ ਦੱਸਦਾ ਹੈ ਕਿ ਕਿਸ ਤਰ੍ਹਾਂ ਉਹ ਰੇਸ਼ਲ ਦੇ ਨਾਲ ਮੁਹੱਬਤ ਕਰਦਾ ਹੈ ਔਰ ਮੇਰੀ ਕੁਝ ਮਦਦ ਕਰੋ ਤਾਂ ਕਿ ਮੈਂ ਇਸ ਮਸਲੇ ਨੂੰ ਹੱਲ ਕਰ ਸਕਾਂ ਔਰ ਮੈਂ ਆਪਣੀ ਫਰਸਟ ਵਾਈਫ ਤੋਂ ਡਿਵੋਰਸ ਲੈਣਾ ਚਾਹੁੰਦਾ ਹਾਂ। ਮਿਸਟਰ ਬਾਉਂਡਰਬੀ ਉਸਨੂੰ ਸਲਾਹ ਦਿੰਦੇ ਹਨ ਕਿ ਯੂ ਬੈਟਰ ਗੋ ਟੂ ਅ ਲਾਇਰ, ਇੱਕ ਵਕੀਲ ਕਰੋ, ਪਰ ਵਕੀਲ ਨੂੰ ਤਾਂ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਬਿਹਤਰ ਹੈ ਕਿ ਇਸ ਤਰ੍ਹਾਂ ਹੀ ਰਹੋ ਔਰ ਦੁਤਕਾਰ ਦਿੰਦਾ ਹੈ। ਸਟੀਫਨ ਬਹੁਤ ਡਿਸਅਪੁਆਇੰਟ ਹੋ ਜਾਂਦਾ ਹੈ। ਜਦੋਂ ਮਿਸਟਰ ਬਾਉਂਡਰਬੀ ਦੇ ਘਰ ਤੋਂ ਨਿਕਲ ਰਿਹਾ ਹੁੰਦਾ ਹੈ ਤਾਂ ਉਸਨੂੰ ਇੱਕ ਓਲਡ ਲੇਡੀ ਮਿਲਦੀ ਹੈ। ਉਹ ਮਿਸਟਰ ਬਾਉਂਡਰਬੀ ਦੇ ਬਾਰੇ ਪੁੱਛ-ਗਿੱਛ ਕਰਦੀ ਹੈ। ਹੁਣ ਟੌਮ ਦਾ ਰੋਲ ਦੇਖਦੇ ਹਾਂ। ਟੌਮ ਇੱਕ ਬਹੁਤ ਹੀ ਬਿਗੜੀ ਹੋਈ ਔਲਾਦ ਹੈ। ਉਹ ਬਹੁਤ ਖਰਚੀਲਾ ਹੈ। ਉਹ ਖਰਚੇ ਕਰ ਕਰਕੇ ਕਰਜ਼ ਦੇ ਥੱਲੇ ਦਬ ਗਿਆ ਹੈ। ਇਸ ਸਾਰੇ ਕੇਓਸ ਦੇ ਵਿੱਚ ਮਿਸਟਰ ਹਾਰਟ ਹਾਊਸ ਇੱਕ ਜੈਂਟਲਮੈਨ ਹਨ ਜੋ ਕਿ ਲੰਡਨ ਤੋਂ ਬਾਉਂਡਰਬੀ ਕੋਲ ਆਏ ਹਨ ਕਿਉਂਕਿ ਲੰਡਨ ਦੇ ਵਿੱਚ ਉਹ ਬੋਰ ਹੋ ਚੁੱਕੇ ਹਨ। ਸੋ ਉਹ ਕੁਝ ਅੱਛੇ ਇੰਟਰਸਟ ਦੇ ਤਲਾਸ਼ ਦੇ ਵਿੱਚ ਮਿਸਟਰ ਬਾਉਂਡਰਬੀ ਦੇ ਕੋਲ ਆਉਂਦੇ ਹਨ। ਜਦੋਂ ਹੀ ਉਹ ਲੁਈਜ਼ਾ ਨੂੰ ਦੇਖਦੇ ਹਨ ਜੋ ਕਿ ਬਾਉਂਡਰਬੀ ਦੀ ਬੀਵੀ ਹੈ, ਉਹ ਇੱਕਦਮ ਮੰਤਰਮੁਗਧ ਰਹਿ ਜਾਂਦੇ ਹਨ ਔਰ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਹਨ ਕਿ ਮਿਸਟਰ ਬਾਉਂਡਰਬੀ ਇੰਨੀ ਜ਼ਿਆਦਾ ਏਜ ਦੇ ਔਰ ਉਹਨਾਂ ਦੀ ਇੰਨੀ ਯੰਗ ਵਾਈਫ ਲੁਈਜ਼ਾ। ਸੋ ਇਸ ਮਿਸਮੈਚ ਨੂੰ ਉਹ ਹਜ਼ਮ ਨਹੀਂ ਕਰ ਪਾਉਂਦੇ। ਮਿਸਟਰ ਹਾਰਟ ਹਾਊਸ ਲੁਈਜ਼ਾ ਨੂੰ ਫਲਰਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਦੇਖਦੇ ਹਨ ਕਿ ਲੁਈਜ਼ਾ
ਕਿਸੇ ਵੀ ਹੱਦ ਤੱਕ ਆਪਣੇ ਭਰਾ ਟੌਮ ਦੀ ਮਦਦ ਲਈ ਉਤਰ ਸਕਦੀ ਹੈ। ਮਿਸਟਰ ਹਾਰਟਹਾਊਸ ਨੂੰ ਇੰਝ ਲੱਗਦਾ ਹੈ ਕਿ ਉਸ ਨੂੰ ਲੁਈਜ਼ਾ ਤੱਕ ਪਹੁੰਚਣ ਲਈ ਟੌਮ ਦੇ ਨਾਲ ਦੋਸਤੀ ਕਰਨੀ ਪਏਗੀ। ਮਿਸਿਸ ਸਪਾਰਸਿਟ ਇੱਕ ਹੋਰ ਓਲਡ ਲੇਡੀ ਜੋ ਕਿ ਬਾਉਂਡਰਬੀ ਦੇ ਘਰ ਦੇ ਵਿੱਚ ਹੀ ਰਹਿੰਦੀ ਹੈ। ਮਿਸਟਰ ਬਾਉਂਡਰਬੀ ਉਸਦੀ ਬਹੁਤ ਰਿਸਪੈਕਟ ਕਰਦੇ ਹਨ, ਪਰ ਜਿਉਂ ਹੀ ਲੁਈਜ਼ਾ ਦੇ ਨਾਲ ਮਿਸਟਰ ਬਾਉਂਡਰਬੀ ਦੀ ਸ਼ਾਦੀ ਹੁੰਦੀ ਹੈ ਤਾਂ ਉਹ ਮਿਸਿਸ ਸਪਾਰਸਿਟ ਓਲਡ ਲੇਡੀ ਨੂੰ ਇਗਨੋਰ ਕਰਨ ਲੱਗਦੇ ਹਨ। ਉਹਨਾਂ ਦੀ ਇੰਪੋਰਟੈਂਸ, ਮਿਸਿਸ ਸਪਾਰਸਿਟ ਦੀ ਇੰਪੋਰਟੈਂਸ ਘਟ ਜਾਂਦੀ ਹੈ। ਇਸ ਕਾਰਨ ਮਿਸਿਸ ਸਪਾਰਸਿਟ ਲੁਈਜ਼ਾ ਨੂੰ ਨਫ਼ਰਤ ਕਰਨ ਲੱਗ ਜਾਂਦੀ ਹੈ। ਮਿਸਟਰ ਬਾਉਂਡਰਬੀ ਦੀ ਫੈਕਟਰੀ ਦੇ ਵਰਕਰਸ ਅਚਾਨਕ ਹੀ ਉਸਦੇ ਅਗੇਂਸਟ ਰਿਵੋਲਟ ਕਰ ਦਿੰਦੇ ਹਨ, ਪਰ ਸਟੀਫਨ ਜੋ ਕਿ ਮਦਦ ਦੇ ਲਈ ਮਿਸਟਰ ਬਾਉਂਡਰਬੀ ਦੇ ਕੋਲ ਆਇਆ ਸੀ, ਉਹ ਦੂਸਰੇ ਵਰਕਰਸ ਦਾ ਬਿਲਕੁਲ ਵੀ ਸਾਥ ਨਹੀਂ ਦਿੰਦਾ ਅਤੇ ਆਪਣੇ ਮਾਲਿਕ ਦਾ ਵਫਾਦਾਰ ਰਹਿੰਦਾ ਹੈ। ਲੇਕਿਨ ਇਸ ਕਾਰਨ ਨਾਲ ਸਾਰੇ ਵਰਕਰਸ ਉਸਨੂੰ ਅਵੋਇਡ ਕਰਨ ਲੱਗ ਜਾਂਦੇ ਹਨ। ਬਾਉਂਡਰਬੀ ਸਟੀਫਨ ਨੂੰ ਬੁਲਾਉਂਦਾ ਹੈ ਤਾਂ ਕਿ ਉਹ ਵਰਕਰਸ ਦੀ ਰਿਵੋਲਟ ਦੀ ਸਟ੍ਰੈਟਜੀ ਨੂੰ ਜਾਣ ਸਕੇ, ਲੇਕਿਨ ਸਟੀਫਨ ਉਹਨਾਂ ਦਾ ਵੀ ਵਫਾਦਾਰ ਰਹਿੰਦਾ ਹੈ। ਉਹ ਕੋਈ ਵੀ ਗੱਲ ਇੱਧਰ ਦੀ ਉੱਧਰ ਨਹੀਂ ਕਰਦਾ। ਇਸ ਕਾਰਨ ਗੁੱਸੇ ਦੇ ਵਿੱਚ ਬਾਉਂਡਰਬੀ ਉਸਨੂੰ ਨੌਕਰੀ ਤੋਂ ਨਿਕਾਲ ਦਿੰਦੇ ਹਨ। ਲੁਈਜ਼ਾ ਕੋਲ ਹੀ ਖੜੀ ਹੁੰਦੀ ਹੈ। ਉਹ ਉਸਦੇ ਪਿੱਛੇ ਸਟੀਫਨ ਜੋ ਕਿ ਲੇਬਰਰ ਹੈ ਉਹਦੇ ਪਿੱਛੇ ਭੱਜਦੀ ਹੈ। ਉਹ ਫਟਾਫਟ ਉਸਨੂੰ ਕੁਝ ਪੈਸੇ ਪਕੜਾਉਂਦੀ ਹੈ ਤਾਂ ਕਿ ਉਹ ਕੋਈ ਕੰਮ ਲੱਭ ਸਕੇ। ਸਟੀਫਨ ਜਦੋਂ ਉੱਥੋਂ ਜਾ ਰਿਹਾ ਹੁੰਦਾ ਤਾਂ ਟੌਮ ਉਸਦੇ ਕੰਨ ਦੇ ਵਿੱਚ ਕੁਝ ਫੁਸਫੁਸਾਉਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਬੈਂਕ ਦੇ ਨੇੜੇ ਮਿਲ। ਸਟੀਫਨ ਬੈਂਕ ਦੇ ਨੇੜੇ ਚਲਾ ਜਾਂਦਾ ਹੈ, ਉੱਥੇ ਹੀ ਪਹੁੰਚਦਾ ਹੈ ਜਿੱਥੇ ਟੌਮ ਨੇ ਉਹਨੂੰ ਮਿਲਣ ਲਈ ਕਿਹਾ ਹੈ। ਲੇਕਿਨ ਉਸੇ ਦੌਰਾਨ ਟੌਮ ਉਸ ਬੈਂਕ ਨੂੰ ਲੁੱਟ ਲੈਂਦਾ ਹੈ, ਲੇਕਿਨ ਕਿਉਂਕਿ ਸਟੀਫਨ ਉੱਥੇ ਖੜਾ ਸੀ ਤਾਂ ਪੁਲਿਸ ਨੂੰ ਉਸਦੇ ਉੱਤੇ ਸ਼ੱਕ ਹੋ ਜਾਂਦਾ ਹੈ ਕਿ ਜਿਹੜੀ ਬੈਂਕ ਰੋਬਰੀ ਹੋਈ ਹੈ ਉਹ ਸਟੀਫਨ ਨੇ ਹੀ ਕੀਤੀ ਹੈ। ਇੱਕ ਰਾਤ ਬਾਉਂਡਰਬੀ ਕਿਤੇ ਗਏ ਹੁੰਦੇ ਹਨ ਤਾਂ ਲੁਈਜ਼ਾ ਘਰ ਦੇ ਵਿੱਚ ਇਕੱਲੀ ਹੁੰਦੀ ਹੈ ਅਤੇ ਜੇਮਸ ਹਾਰਟਹਾਊਸ ਉਸਦੇ ਕੋਲ ਆਉਂਦੇ ਹਨ। ਉਸਨੂੰ ਕਹਿੰਦੇ ਹਨ ਕਿ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਆਪਾਂ ਦੋਨੋਂ ਭੱਜ ਕੇ ਇੱਥੋਂ ਚਲੇ ਜਾਈਏ ਅਤੇ ਸ਼ਾਦੀ ਕਰਾ ਲਈਏ। ਮਿਸਿਸ ਸਪਾਰਸਿਟ ਛੁਪ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਹੈ। ਉਹ ਲੁਈਜ਼ਾ ਦਾ ਪਿੱਛਾ ਕਰਨ ਲੱਗ ਜਾਂਦੀ ਹੈ। ਲੁਈਜ਼ਾ ਜਿੱਥੇ ਵੀ ਜਾਂਦੀ ਹੈ ਉਹ ਛੁਪ ਕੇ ਉਹਦਾ ਪਿੱਛਾ ਕਰਦੀ ਹੈ। ਇੱਕ ਦਿਨ ਲੁਈਜ਼ਾ ਹਾਰਟਹਾਊਸ ਨੂੰ ਮਿਲਦੀ ਹੈ ਇੱਕ ਘਨੇ ਜੰਗਲ ਦੇ ਵਿੱਚ, ਜਿੱਥੇ ਕਿ ਸਪਾਰਸਿਟ ਛੁਪ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਹੈ। ਅਚਾਨਕ ਦੋਨੋਂ ਉਸਦੇ ਅੱਖਾਂ ਤੋਂ ਓਝਲ ਹੋ ਜਾਂਦੇ ਹਨ। ਮਿਸਿਸ ਸਪਾਰਸਿਟ ਇਹ ਸੋਚਦੀ ਹੈ ਕਿ ਦੋਨੋਂ ਆਪਸ ਵਿੱਚ ਗੁੱਡ ਰਿਲੇਸ਼ਨਸ਼ਿਪ ਕਰਕੇ ਇੱਥੋਂ ਭੱਜ ਗਏ ਹਨ ਅਤੇ ਉਹ ਹੁਣ ਕਿਤੇ ਜਾ ਕੇ ਸ਼ਾਦੀ ਕਰਾ ਲੈਣਗੇ। ਲੇਕਿਨ ਲੁਈਜ਼ਾ ਇਸ ਸਭ ਦੇ ਦੌਰਾਨ ਉਹ ਉੱਥੋਂ ਐਕਚੁਅਲੀ ਆਪਣੇ ਫਾਦਰ ਦੇ ਘਰ ਜਾਂਦੀ ਹੈ, ਮਿਸਟਰ ਗ੍ਰੈਡਗ੍ਰਾਈਨ ਦੇ। ਉਹ ਉੱਥੇ ਉਸਨੂੰ ਕਹਿੰਦੀ ਹੈ, ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਦੋਜ਼ਖ ਵਾਂਗ ਨਿਕਲ ਰਹੀ ਹੈ, ਬਹੁਤ ਮੁਸ਼ਕਿਲ ਹੋ ਰਿਹਾ। ਉਹ ਆਪਣੇ ਫਾਦਰ ਨੂੰ ਕਹਿੰਦੀ ਹੈ, ਬਲੇਮ ਕਰਦੀ ਹੈ ਕਿ ਤੁਸੀਂ ਕਿਉਂ ਮੈਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜੋ ਕਿ ਸਿਰਫ ਫੈਕਟਸ ਦੇ ਉੱਤੇ ਬੇਸਡ ਸੀ ਅਤੇ ਇਮੋਸ਼ਨਸ ਨਾਲ ਉਹਨਾਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਸੀ। ਮੇਰੀ ਸੋਚ ਹੀ ਬਦਲ ਚੁੱਕੀ ਸੀ, ਪਰ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇਮੋਸ਼ਨਸ ਬਹੁਤ ਇੰਪੋਰਟੈਂਟ ਹਨ। ਮਿਸਟਰ ਥਾਮਸ ਗ੍ਰੈਡਗ੍ਰਾਈਨ ਰਿਪੈਂਟ ਕਰਦੇ ਹਨ। ਉਹਨਾਂ ਨੂੰ ਪਛਤਾਵਾ ਹੁੰਦਾ ਹੈ ਕਿ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੀ ਟੀਚਿੰਗ ਦਿੱਤੀ ਜਿਸ ਨਾਲ ਕਿ ਸਟੂਡੈਂਟਸ ਦੇ ਵਿੱਚ ਇਹ ਗੱਲ ਦਿਮਾਗ ਦੇ ਵਿੱਚ ਪੈ ਜਾਂਦੀ ਹੈ ਕਿ ਸਿਰਫ ਫੈਕਟਸ ਹੀ ਇੰਪੋਰਟੈਂਟ ਹਨ ਜ਼ਿੰਦਗੀ ਦੇ ਵਿੱਚ। ਸਿਸੀ ਅਚਾਨਕ ਇਸ ਪੂਰੇ ਸਿਚੁਏਸ਼ਨ ਨੂੰ ਸੰਭਾਲ ਲੈਂਦੀ ਹੈ। ਸਿਸੀ ਹਾਰਟਹਾਊਸ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਸ਼ਹਿਰ ਛੱਡ ਕੇ ਚਲੇ ਜਾਓ ਕਿਉਂਕਿ ਪ੍ਰੋਬਲਮਸ ਵਧਣ ਦਾ ਖਤਰਾ ਹੈ ਤੁਹਾਡੇ ਕਾਰਨ। ਮਿਸਿਸ ਸਪਾਰਸਿਟ ਜੋ ਕਿ ਇੱਕ ਜਾਸੂਸ ਔਰਤ ਹੈ, ਉਹ ਦੂਸਰੇ ਪਾਸੇ ਮਿਸਟਰ ਬਾਉਂਡਰਬੀ ਨੂੰ ਜਾ ਕੇ ਇਸ ਸੂਚਨਾ ਦੇ ਦਿੰਦੀ ਹੈ ਕਿ ਉਸਦੀ ਪਤਨੀ ਲੁਈਜ਼ਾ ਮਿਸਟਰ ਹਾਰਟਹਾਊਸ ਦੇ ਨਾਲ ਭੱਜ ਗਈ ਹੈ। ਬਾਉਂਡਰਬੀ ਇੱਕਦਮ ਗੁੱਸੇ ਦੇ ਵਿੱਚ ਆ ਜਾਂਦੇ ਹਨ। ਜਿਉਂ ਹੀ ਉਹ ਸੁਣਦੇ ਹਨ ਤਾਂ ਉਹ ਮਿਸਟਰ ਥਾਮਸ ਗ੍ਰੈਡਗ੍ਰਾਈਨ ਦੇ ਕੋਲ, ਜੋ ਕਿ ਲੁਈਜ਼ਾ ਦੇ ਪਿਤਾ ਹਨ, ਦੇ ਕੋਲ ਜਾਂਦੇ ਹਨ
ਔਰ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡੀ ਬੇਟੀ ਮੈਨੂੰ ਛੱਡ ਕੇ ਮਿਸਟਰ ਹਾਰਟ ਹਾਊਸ ਦੇ ਨਾਲ ਚਲੀ ਗਈ ਹੈ। ਮਿਸਟਰ ਗ੍ਰੈਡਗ੍ਰਾਈਂਡ ਉਹਨਾਂ ਨੂੰ ਕਹਿੰਦੇ ਹਨ ਕਿ ਉਹਨਾਂ ਦੀ ਬੇਟੀ ਕਿਤੇ ਵੀ ਨਹੀਂ ਗਈ, ਉਹ ਉਹਨਾਂ ਦੇ ਨਾਲ ਹੀ ਹੈ। ਉਹ ਨਾਲ ਹੀ ਕਹਿੰਦੇ ਹਨ ਕਿ ਉਹਨਾਂ ਦੀ ਬੇਟੀ ਲੁਈਜ਼ਾ ਮਿਸਟਰ ਗ੍ਰੈਡਗ੍ਰਾਈਂਡ ਦੀ ਬੇਟੀ ਲੁਈਜ਼ਾ ਬਾਉਂਡਰਬੀ ਆਪਣੇ ਪਤੀ ਦੇ ਨਾਲ ਨਹੀਂ ਰਹੇਗੀ ਔਰ ਹੁਣ ਉਹ ਅਲੱਗ ਹੋ ਰਹੀ ਹੈ। ਦੂਸਰੇ ਪਾਸੇ ਸਟੀਫਨ ਜੋ ਕਿ ਇੱਕ ਮਜ਼ਦੂਰ ਹੈ, ਵਰਕਰ ਹੈ ਔਰ ਜਿਸ ਦੇ ਉੱਤੇ ਇਲਜ਼ਾਮ ਹੈ ਕਿ ਉਸਨੇ ਬੈਂਕ ਲੁੱਟਿਆ ਹੈ, ਉਹ ਸਿਟੀ ਤੋਂ ਦੂਰ ਚਲਾ ਜਾਂਦਾ ਹੈ ਔਰ ਹੁਣ ਉਹ ਦੁਬਾਰਾ ਵਾਪਸ ਆਉਂਦਾ ਹੈ ਤਾਂ ਕਿ ਉਹ ਬੈਂਕ ਰੋਬਰੀ ਦੇ ਬਾਰੇ ਕਲੈਰੀਫਿਕੇਸ਼ਨ ਦੇ ਸਕੇ ਕਿ ਉਹ ਨਿਰਦੋਸ਼ ਹੈ। ਇਸ ਦੇ ਦੌਰਾਨ ਜਦੋਂ ਆ ਰਿਹਾ ਹੁੰਦਾ, ਅਚਾਨਕ ਉਹ ਇੱਕ ਗੱਠੇ ਦੇ ਵਿੱਚ ਗਿਰ ਜਾਂਦਾ ਹੈ ਔਰ ਉਸਤੇ ਬਹੁਤ ਜ਼ਿਆਦਾ ਉਹ ਜ਼ਖਮੀ ਹੋ ਜਾਂਦਾ ਹੈ। ਉਹ ਮਿਸਟਰ ਬਾਉਂਡਰਬੀ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਕਿਸ ਤਰ੍ਹਾਂ ਟੌਮ ਨੇ ਉਸਨੂੰ ਮਿਸਲੀਡ ਕੀਤਾ, ਗੁੰਮਰਾਹ ਕੀਤਾ, ਪਰ ਸੱਚਾਈ ਦੇ ਵਿੱਚ ਟੌਮ ਨੇ ਹੀ ਬੈਂਕ ਲੁੱਟਿਆ ਹੈ ਔਰ ਰੇਸ਼ਲ ਜੋ ਕਿ ਮਿਸਟਰ ਬਾਉਂਡਰਬੀ ਦੀ ਫੈਕਟਰੀ ਦੇ ਵਿੱਚ ਹੀ ਕੰਮ ਕਰਦੀ ਹੈ, ਉਸਦੇ ਹੱਥਾਂ ਦੇ ਵਿੱਚ, ਜੋ ਕਿ ਸਟੀਫਨ ਦੀ ਲਵਰ ਵੀ ਹੈ, ਉਸਦੇ ਹੱਥਾਂ ਦੇ ਵਿੱਚ ਹੀ ਜ਼ਖਮੀ ਹਾਲਤ ਦੇ ਵਿੱਚ ਮਿਸਟਰ ਸਟੀਫਨ ਦੀ ਡੈਥ ਹੋ ਜਾਂਦੀ ਹੈ। ਸਿਸੀ ਜੋ ਕਿ ਮਿਸਟਰ ਗ੍ਰੈਡਗ੍ਰਾਈਂਡ ਦੀ ਸਟੂਡੈਂਟ ਵੀ ਹੈ ਅਤੇ ਜਿਸ ਦੀ ਬ੍ਰੌਟ ਅਪ ਮਿਸਟਰ ਗ੍ਰੈਡਗ੍ਰਾਈਂਡ ਕਰ ਰਹੇ ਹਨ, ਜੋ ਕਿ ਸਰਕਸ ਓਨਰ ਦੀ ਬੇਟੀ ਹੈ, ਉਹ ਟੌਮ ਜੋ ਕਿ ਲੁਈਜ਼ਾ ਦਾ ਭਰਾ ਹੈ ਉਸਨੂੰ ਭੱਜਣ ਦੇ ਵਿੱਚ ਮਦਦ ਕਰਦੀ ਹੈ। ਉਹ ਟੌਮ ਨੂੰ ਆਪਣੇ ਫਾਦਰ ਦੀ ਓਲਡ ਸਰਕਸ ਕੰਪਨੀ ਦੇ ਵਿੱਚ ਭੇਸ ਬਦਲ ਕੇ ਛੁਪਣ ਲਈ ਕਹਿੰਦੀ ਹੈ। ਮਿਸਟਰ ਗ੍ਰੈਡਗ੍ਰਾਈਂਡ ਅਤੇ ਲੁਈਜ਼ਾ ਇਹ ਦੇਖ ਕੇ, ਇਹ ਸੁਣ ਕੇ ਹੈਰਾਨ ਹੋ ਜਾਂਦੇ ਹਨ ਕਿ ਟੌਮ ਨੇ ਬੈਂਕ ਲੁੱਟਿਆ ਹੈ। ਉਹ ਦੋਨੋਂ ਹੀ ਉਸਨੂੰ ਕੰਟਰੀ ਦੇ ਵਿੱਚ ਭੱਜਣ ਦੀ ਪਲੈਨਿੰਗ ਕਰਦੇ ਹਨ ਤਾਂ ਕਿ ਉਸਨੂੰ ਸਜ਼ਾ ਨਾ ਮਿਲੇ। ਸਿਸੀ ਟੌਮ ਦੇ ਬਾਰੇ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਕਿਵੇਂ ਉਸਨੇ ਭੇਸ ਬਦਲਾ ਕੇ ਟੌਮ ਨੂੰ ਉਸਦੇ ਫਾਦਰ ਦੀ ਸਰਕਸ ਕੰਪਨੀ ਦੇ ਵਿੱਚ ਛੁਪਾਇਆ ਹੈ। ਇੱਕ ਹੋਰ ਕੈਰੈਕਟਰ ਬਿਟਜ਼ਰ, ਮਿਸਟਰ ਗ੍ਰੈਡਗ੍ਰਾਈਂਡ ਦਾ ਓਲਡ ਸਟੂਡੈਂਟ, ਉਹ ਵੀ ਅਪੀਅਰ ਹੁੰਦਾ ਹੈ ਔਰ ਉਹ ਟੌਮ ਨੂੰ ਕੰਟਰੀ ਦੇ ਵਿੱਚੋਂ ਭਜਾਉਣ ਵਿੱਚ ਬਿਲਕੁਲ ਵੀ ਇੰਟਰਸਟਿਡ ਨਹੀਂ, ਬਲਕਿ ਉਹ ਇਸ ਚੀਜ਼ ਦੇ ਅਗੇਂਸਟ ਹੈ। ਮਿਸਟਰ ਗ੍ਰੈਡਗ੍ਰਾਈਂਡ ਬਿਟਜ਼ਰ ਨੂੰ ਕਹਿੰਦੇ ਹਨ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ, ਕਿ ਉਹ ਆਪਣੇ ਟੀਚਰ ਦੀ ਕੋਈ ਇੱਜ਼ਤ ਨਹੀਂ ਕਰਦਾ। ਲੇਕਿਨ ਬਿਟਜ਼ਰ ਇਨ ਟਰਨ ਉਸਨੂੰ ਕਹਿੰਦੇ ਹਨ ਕਿ ਤੁਸੀਂ ਹੀ ਮੈਨੂੰ ਇਮੋਸ਼ਨਲੈਸ ਤੇ ਫੈਕਟ ਬੇਸਡ ਐਜੂਕੇਸ਼ਨ ਦਿੱਤੀ ਹੈ, ਜਿਸ ਕਾਰਨ ਮੈਂ ਬਿਲਕੁਲ ਵੀ ਟੌਮ ਨੂੰ ਇਸ ਕੰਟਰੀ ਨੂੰ ਵਿੱਚੋਂ ਭੱਜਣ ਦੀ ਇਜਾਜ਼ਤ ਨਹੀਂ ਦੇ ਸਕਦਾ ਔਰ ਮੈਂ ਹਰ ਉਹ ਮੁਮਕਿਨ ਕੋਸ਼ਿਸ਼ ਕਰਾਂਗਾ ਜਿਸ ਦੇ ਨਾਲ ਟੌਮ ਇਸੇ ਹੀ ਕੰਟਰੀ ਦੇ ਵਿੱਚ ਪਨਿਸ਼ ਕੀਤਾ ਜਾਏ। ਲੇਕਿਨ ਸਰਕਸ ਮਾਸਟਰ, ਉਥੋਂ ਦਾ ਹੀ ਸਰਕਸ ਮਾਸਟਰ ਟੌਮ ਨੂੰ ਭੱਜਣ ਦੇ ਵਿੱਚ ਮਦਦ ਕਰ ਦਿੰਦਾ ਹੈ ਤੇ ਟੌਮ ਇੱਥੋਂ ਚਲਾ ਜਾਂਦਾ ਹੈ। ਮਿਸਿਸ ਸਪਾਰਸਟ ਜੋ ਕਿ ਖੁਦ ਵੀ ਇੱਕ ਓਲਡ ਲੇਡੀ ਹੈ, ਇੱਕ ਹੋਰ ਓਲਡ ਲੇਡੀ ਨੂੰ, ਜੋ ਕਿ ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ, ਉਹਨੂੰ ਲੈ ਕੇ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਟੌਮ ਨੇ, ਉਹਨੂੰ ਬਲੇਮ ਕਰਦੀ ਹੈ ਕਿ ਟੌਮ ਦੀ ਮਦਦ ਇਸੇ ਓਲਡ ਲੇਡੀ ਨੇ ਕੀਤੀ ਹੈ। ਮਿਸਟਰ ਬਾਉਂਡਰਬੀ ਹੈਰਾਨ ਰਹਿ ਜਾਂਦੇ ਹਨ ਮਿਸਿਸ ਸਪਾਰਸਟ ਦੇ ਇਸ ਵਤੀਰੇ ਤੋਂ ਅਤੇ ਉਹ ਮਿਸਿਸ ਸਪਾਰਸਟ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ। ਜਦੋਂ ਡਿਸਕਲੋਜ਼ ਕਰਦੇ ਹਨ ਕਿ ਜਿਸ ਓਲਡ ਲੇਡੀ ਨੂੰ ਮਿਸਿਸ ਸਪਾਰਸਟ ਲੈ ਕੇ ਆਈ ਹੈ, ਉਹ ਤਾਂ ਮਿਸਟਰ ਬਾਉਂਡਰਬੀ ਦੀ ਆਪਣੀ ਮਦਰ ਹੈ। ਮਿਸਟਰ ਬਾਉਂਡਰਬੀ ਗੁੱਸੇ ਦੇ ਵਿੱਚ ਮਿਸਿਸ ਸਪਾਰਸਟ ਓਲਡ ਲੇਡੀ ਨੂੰ ਨਿਕਾਲ ਦਿੰਦੇ ਹਨ। ਫਾਈਨਲੀ ਮਿਸਟਰ ਗ੍ਰੈਡਗ੍ਰਾਈਂਡ ਇਹ ਸਮਝਦੇ ਹਨ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਮੋਸ਼ਨਸ ਬਹੁਤ ਜ਼ਰੂਰੀ ਹਨ ਜ਼ਿੰਦਗੀ ਦੇ ਵਿੱਚ। ਲੁਈਜ਼ਾ ਜੋ ਕਿ ਮਿਸਟਰ ਬਾਉਂਡਰਬੀ ਦੇ ਨਾਲ ਸ਼ਾਦੀशुदा ਸੀ, ਉਸਦੀ ਪਤਨੀ ਸੀ, ਉਹ ਨਾ ਹੀ ਮਿਸਟਰ ਬਾਉਂਡਰਬੀ ਦੇ ਨਾਲ ਵਿਆਹ ਕਰਾਉਂਦੀ ਹੈ ਅਤੇ ਨਾ ਹੀ ਮਿਸਟਰ ਹਾਰਟ ਹਾਊਸ ਦੇ ਨਾਲ, ਬਲਕਿ ਉਹ ਇਕੱਲੇ ਹੀ ਰਹਿੰਦੀ ਹੈ। ਟੌਮ ਦੂਰ ਚਲਾ ਜਾਂਦਾ ਹੈ ਔਰ ਸ਼ਾਇਦ ਉਸਦੀ ਡੈਥ ਹੋ ਜਾਂਦੀ ਹੈ। ਸਟੀਫਨ ਵਰਕਰ ਜੋ ਕਿ ਮਰ ਚੁੱਕਿਆ ਹੈ, ਉਹ ਇਸ ਸਭ ਚੋਂ ਉਭਰ ਕੇ ਉਸਦੇ ਬਾਰੇ ਇਮੇਜ ਇਹ ਆਉਂਦਾ ਹੈ ਕਿ ਉਸਨੇ ਰੋਬਰੀ ਨਹੀਂ ਕੀਤੀ। ਮਿਸਟਰ ਹਾਰਟ ਹਾਊਸ ਵੀ ਇਸ ਸਿਟੀ ਨੂੰ ਛੱਡ ਕੇ ਚਲੇ ਜਾਂਦੇ ਹਨ।
ਇਸ ਦੇ ਨਾਲ ਹੀ ਇਹ ਨੋਵਲ ਖਤਮ ਹੋਇਆ ਜਿਸ ਦਾ ਨਾਮ ਸੀ ਹਾਰਡ ਟਾਈਮਸ। ਥੈਂਕ ਯੂ ਵੈਰੀ ਮਚ।